ਧੰਨ ਵਾਹਿਗੁਰੂ ਜੀਓ। ਪ੍ਰਭਾਤੀ ਭਗਤ ਬੇਣੀ ਜੀ ਕੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਤਾਨ ਚੰਦਨ ਮਸਤਕ ਪਾਤੀ, ਹ੍ਰਿਦਯ ਅੰਤਰ ਕਾਰ ਤਾਲ ਕਾਤੀ। ਠੱਗ ਦਿਸ਼ਟ ਬਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਨ ਮੁਖ ਭਾਗਾ। ਕਾਲੁ ਭਗਵਤ ਬੰਦ ਚਿਰਾਮੰ, ਕ੍ਰੂਰ ਦਿਸ਼ਟ ਰਤਾ ਨਿਸਬਾਦੰ ਰਹਾਉ। ਨਿਤ ਪ੍ਰਤ ਇਸ਼ਨਾਨ ਸਰੀਰੰ, ਦੋਏ ਧੋਤੀ ਕਰਮ ਮੁਖ ਖੀਰੰ। ਹਿਰਦੈ ਸ਼ੁਰੀ ਸੰਧਿਆਨੀ, ਪਰ ਦਰਬ ਹਿਰਨ ਕੀ ਬਾਨੀ। ਸਿਲ ਪੂਜਸ ਚਕਰ ਗਣੇਸ਼ੰ, ਨਿਸ ਜਾਗਸ ਭਗਤ ਪ੍ਰਵੇਸ਼ੰ। ਪਗ ਨਾਚਸ ਚਿਤ ਅਕਰਮੰ, ਏ ਲੰਪਟ ਨਾਚ ਅਧਰਮੰ। ਮ੍ਰਿਗ ਆਸਣ ਤੁਲਸੀ ਮਾਲਾ, ਕਰ ਉਜਲ ਤਿਲਕ ਕਪਾਲਾ। ਹਿਰਦੈ ਕੂੜ ਕੰਠ ਰੁਦਰਾਖੰ, ਰੇ ਲੰਪਟ ਕ੍ਰਿਸ਼ਨ ਅਪਾਖੰ। ਜਿਨ ਆਤਮ ਤਤ ਨ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਕਹੋ ਬੇਣੀ ਗੁਰਮੁਖ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਬੜੇ ਪ੍ਰੇਮ ਅਦਬ ਨਾਲ ਸੱਜ ਕੇ ਆਪ ਸਰਬੱਤ ਸੰਗਤ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਭਗਤ ਬੇਣੀ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿਸ ਨੂੰ ਆਪਾਂ ਪਿਛਲੇ ਦੀਵਾਨਾਂ ਤੋਂ ਲੜੀਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਭਗਤ ਬੇਣੀ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕੁੱਲ 3 ਸ਼ਬਦ ਤਿੰਨਾਂ ਰਾਗਾਂ ਵਿੱਚ ਦਰਜ ਹਨ। ਸ੍ਰੀ ਰਾਗ ਵਿੱਚ, ਰਾਮਕਲੀ ਰਾਗ ਵਿੱਚ ਅਤੇ ਤੀਸਰਾ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਪ੍ਰਭਾਤੀ ਰਾਗ ਵਿੱਚ। ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1351 ਉੱਪਰ ਸੁਭਾਇਮਾਨ ਹੈ ਅਤੇ ਸ਼ਬਦ ਉੱਤੇ ਸਿਰਲੇਖ ਦਰਜ ਹੈ, ਪ੍ਰਭਾਤੀ ਭਗਤ ਬੇਣੀ ਜੀ ਕੀ। ਪ੍ਰਭਾਤੀ ਰਾਗ ਵਿੱਚ ਭਗਤ ਬੇਣੀ ਜੀ ਦੀ ਜੋ ਬਾਣੀ ਹੈ, ਇਹ ਸ਼ਬਦ ਭਗਤ ਬੇਣੀ ਜੀ ਦਾ ਹੈ, ਜਿਸ ਦਾ ਸਿਰਲੇਖ ਮਹਾਰਾਜ ਨੇ ਇਉਂ ਅੰਕਿਤ ਕੀਤਾ ਹੈ ਅਤੇ ਸੰਖੇਪ ਰੂਪ ਵਿੱਚ ਮੰਗਲਾਚਰਨ ਇਸ ਉੱਤੇ ਸੁਭਾਇਮਾਨ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰ ਪ੍ਰਭੂ ਅਕਾਲ ਪੁਰਖ ਇੱਕ ਬੱਝਵੀਂ ਸੱਤਾ ਸਮੁੱਚੀ ਕਾਇਨਾਤ ਦੀ ਹੈ, ਜੋ ਸਾਰੀ ਖਲਕਤ ਕਾਇਨਾਤ ਦੇ ਵਿੱਚ ਕੁਦਰਤ ਵਿੱਚ ਵਿਆਪਕ ਹੈ। ਸਦੀਵ ਕਾਲ ਸੱਚ, ਹਰ ਵੇਲੇ ਮੌਜੂਦ। ਉਹ ਅਕਾਲ ਪੁਰਖ ਪਰਮੇਸ਼ਰ ਨੂੰ ਸੱਚੇ ਗੁਰੂ ਦੇ ਪ੍ਰਸਾਦ ਭਾਵ ਗੁਰੂ ਦੀ ਬਖਸ਼ਿਸ਼ ਰਾਹੀਂ ਗੁਰੂ ਦੇ ਅਨੁਭਵ ਗਿਆਨ ਨਾਲ ਜੁੜ ਕੇ ਉਸ ਦੀ ਸੋਝੀ ਤੇ ਅਹਿਸਾਸ ਜੀਵ ਨੂੰ ਹਾਸਲ ਹੁੰਦਾ ਹੈ। ਭਗਤ ਬੇਣੀ ਜੀ ਜਿਸ ਪਰਿਵਾਰ ਵਿੱਚ ਪੈਦਾ ਹੋਏ, ਭਾਰਤੀ ਵਰਣ ਵੰਡ ਮੁਤਾਬਕ ਉਸ ਨੂੰ ਬ੍ਰਾਹਮਣ ਪਰਿਵਾਰ ਕਿਹਾ ਜਾਂਦਾ ਹੈ। ਔਰ ਸਭ ਤੋਂ ਵਧੇਰੇ ਕਰਮਕਾਂਡ
ਫੈਲਾਉਣ ਵਿੱਚ, ਉਹਨਾਂ ਨੂੰ ਸਥਾਪਿਤ ਕਰਨ ਵਿੱਚ, ਉਹਨਾਂ ਦੀ ਹਮਾਇਤ ਕਰਨ ਵਿੱਚ, ਸਭ ਤੋਂ ਉੱਚਾ ਵਰਣ ਅਖਵਾਉਣ ਵਿੱਚ, ਦੂਸਰੀਆਂ ਜਾਤਾਂ ਅਤੇ ਵਰਣਾਂ ਨੂੰ ਨਫ਼ਰਤ ਕਰਨ ਵਿੱਚ, ਇਸ ਬ੍ਰਾਹਮਣ ਪਰਿਵਾਰ ਵਿੱਚੋਂ ਇੱਕ ਸ਼੍ਰੇਣੀ ਦਾ ਬਹੁਤ ਵੱਡਾ ਯੋਗਦਾਨ ਭਾਰਤੀ ਕਲਚਰ ਵਿੱਚ, ਸਮਾਜ ਵਿੱਚ, ਇਤਿਹਾਸ ਵਿੱਚ ਰਿਹਾ ਹੈ। ਭਗਤ ਬੇਣੀ ਜੀ ਦੇ ਆਪਾਂ ਪਹਿਲੇ 2 ਸ਼ਬਦ ਵਿਚਾਰੇ ਨੇ, ਇਹ ਤੀਸਰਾ ਸ਼ਬਦ ਹੈ। ਭਗਤ ਬੇਣੀ ਜੀ ਉਹ ਮਹਾਨ ਸਤਿਪੁਰਖ ਨੇ ਜਿਨ੍ਹਾਂ ਨੇ ਆਪਣੀ ਜ਼ਾਤ ਦਾ ਕੋਈ ਗਰੂਰ ਨਹੀਂ ਕੀਤਾ, ਬਲਕਿ ਸਮੁੱਚੀ ਖਲਕਤ ਨੂੰ ਇੱਕ ਪਰਮੇਸ਼ਰ, ਇੱਕ ਬ੍ਰਹਮ ਦੀ ਉਤਪਤੀ ਮੰਨਿਆ। ਹਰ ਇਨਸਾਨ ਮਾਤਾ ਨੂੰ ਬਰਾਬਰ ਸਮਝ ਕੇ ਉਸ ਨਾਲ ਸਨੇਹ ਅਤੇ ਮੁਹੱਬਤ ਕੀਤੀ ਹੈ। ਉਹਨਾਂ ਨੇ ਕੋਈ ਕਿਸੇ ਵੀ ਕਰਮ ਕਾਂਡਾਂ ਨੂੰ ਮਾਨਤਾ ਨਹੀਂ ਦਿੱਤੀ ਜਿਸ ਨੂੰ ਭਾਰਤੀ ਪਰੰਪਰਾ ਵਿੱਚ ਪੁਜਾਰੀ ਵਰਗ ਮਾਨਤਾ ਦਿੰਦਾ ਹੈ। ਭਗਤ ਜੀ ਨੇ ਗੁਰੂ ਦੇ ਉਪਦੇਸ਼ ਨੂੰ ਕਮਾਉਣ, ਨੇਕ ਅਮਲ ਕਰਨ, ਸੁਰਤ ਮਨ ਨੂੰ ਉੱਚਿਆਂ ਕਰਨ, ਆਪਣੇ ਖਿਆਲਾਂ ਨੂੰ ਪਵਿੱਤਰ ਕਰਨ, ਆਪਣੇ ਵਿਵਹਾਰ ਨੂੰ ਬਿਲਕੁਲ ਪਾਕ ਤੇ ਸਾਫ਼ ਰੱਖਣ ਦੀ ਹਮਾਇਤ ਕਰਦਿਆਂ ਇਸੇ ਨੂੰ ਅਸਲ ਭਗਤੀ ਕਰਾਰ ਦਿੱਤਾ। ਅਕਾਲ ਪੁਰਖ ਦੇ ਗੁਣਾਂ ਨੂੰ, ਵਾਹਿਗੁਰੂ ਦੇ ਨਾਮ ਨੂੰ, ਗੁਰੂ ਦੇ ਸ਼ਬਦ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਕੀਤੀ ਹੈ। ਉਹਨਾਂ ਦੀ ਬਾਣੀ ਦੇ ਅਲਫਾਜ਼ ਜਿਹੜੇ ਨੇ, ਸ਼ਬਦ ਬਣਤਰ ਜਿਹੜੀ ਹੈ, ਕੁਝ ਕਠਨ ਹੈ। ਇਸ ਦਾ ਜੋ ਮੂਲ ਕਾਰਨ ਮੈਂ ਸਮਝਦਾ ਉਹ ਇਹ ਹੈ ਕਿ ਇੱਕ ਸ਼ਾਸਤਰੀ ਅਧਿਐਨ ਹੁੰਦਾ ਹੈ ਕਿਸੇ ਗੱਲ ਦਾ, ਭਾਵ ਕਿ ਜਿੰਨਾ ਕੋਈ ਜ਼ਿਆਦਾ ਕਿਸੇ ਗ੍ਰੰਥਾਂ ਨੂੰ ਪੜ੍ਹਦਾ ਹੈ, ਉਹਨਾਂ ਗ੍ਰੰਥਾਂ ਦੀ ਜਿਹੜੀ ਬੋਲੀ ਹੈ ਉਹ ਉਸ ਦੀ ਬੋਲ ਬਾਣੀ ਦੇ ਵਿੱਚ ਸੁਭਾਵਕ ਤੌਰ ਦੇ ਉੱਤੇ ਰਲ ਮਿਲ ਜਾਂਦੀ ਹੈ। ਔਖੇ ਸ਼ਬਦਾਂ ਨੂੰ ਪੜ੍ਹਨਾ, ਔਖੇ ਸ਼ਬਦਾਂ ਨੂੰ ਸੁਣਨਾ, ਔਖੇ ਸ਼ਬਦਾਂ ਦਾ ਅਧਿਐਨ ਕਰਨਾ ਅਤੇ ਔਖੇ ਸ਼ਬਦ ਹੀ ਫਿਰ ਉਹਨਾਂ ਦੀ ਬੋਲ ਚਾਲ ਅਤੇ ਲਿਖਤ ਵਿੱਚ ਆਮ ਤੌਰ ਦੇ ਉੱਤੇ ਮਿਲ ਜਾਂਦੇ ਨੇ, ਰਲ ਜਾਂਦੇ ਨੇ। ਪਰ ਸ਼ਬਦਾਂ ਦੇ ਰਾਹੀਂ ਜਿਸ ਭਾਵਨਾ ਦਾ, ਜਿਸ ਉਪਦੇਸ਼ ਦਾ ਜੋ ਪ੍ਰੇਰਨਾ ਉਹਨਾਂ ਨੇ ਆਪਣੇ ਇਹਨਾਂ ਸ਼ਬਦਾਂ ਦੇ ਰਾਹੀਂ ਸੰਸਾਰ ਨੂੰ ਖਲਕਤ ਬਖਸ਼ਿਸ਼ ਕੀਤੀ, ਉਹ ਬੜੀ ਸਹਿਲੀ ਹੈ, ਬੜੀ ਸੌਖੀ ਹੈ। ਔਰ ਭਗਤ ਬੇਣੀ ਜੀ ਦਾ ਜੋ ਮੁਬਾਰਕ ਸ਼ਬਦ ਆਪਾਂ ਪੜ੍ਹਿਆ ਹੈ, ਇਸ ਦੇ ਰਹਾਉ ਦੇ ਬੰਦ ਵਿੱਚ, ਹਾਲਾਂਕਿ ਜਿਹੜਾ ਸਮੁੱਚਾ ਸ਼ਬਦ ਹੈ, ਭਾਰਤ ਵਿੱਚ ਵੱਖ-ਵੱਖ ਸਾਧੂਆਂ ਦੇ ਫਿਰਕੇ ਨੇ, ਸੰਪਰਦਾਵਾਂ ਨੇ, ਮਤ ਨੇ, ਹਰ ਇੱਕ ਦੀ ਆਪਣੀ ਇੱਕ ਤਕਨੀਕ ਹੈ, ਇੱਕ ਤਰੀਕਾ ਹੈ, ਜਿਸ ਤਰੀਕੇ ਮੁਤਾਬਕ ਉਹ ਚੱਲਣ ਨੂੰ ਪਹਿਲ ਦਿੰਦੇ ਨੇ ਅਤੇ ਦੂਜਿਆਂ ਦੇ ਤਰੀਕੇ ਨੂੰ ਅਕਸਰ ਹੀ ਉਹ ਭੰਡਦੇ ਜਾਂ ਨਿੰਦਦੇ ਨੇ। ਆਪਣਾ ਉਹਨਾਂ ਦਾ ਬਾਣਾ ਹੈ, ਆਪਣਾ ਭੇਖ ਹੈ, ਆਪਣਾ ਲਿਬਾਸ ਹੈ, ਪੂਜਾ ਕਰਨ ਦੀਆਂ ਵਿਧੀਆਂ ਨੇ, ਆਪਣੇ ਇਸ਼ਟ ਨੇ, ਆਪਣੀ ਰਾਏ ਮੁਤਾਬਕ ਉਹ ਸਾਰੇ ਚੱਲਣ ਵਾਲੇ ਲੋਕ ਹਨ। ਸਾਧੂਆਂ ਦੇ ਇੱਕ ਫਿਰਕੇ ਵਿੱਚ ਵੀ ਅੱਗੇ ਕਈ ਤਰ੍ਹਾਂ ਦੇ ਹਿੱਸੇ ਬਣੇ ਹੋਏ, ਇੱਕ ਸੰਪਰਦਾਇ ਨਾਲ ਸੰਬੰਧ ਰੱਖਣ ਵਾਲਿਆਂ ਦੇ ਵੀ ਅੱਗੇ ਕਈ ਤਰ੍ਹਾਂ ਦੇ ਹਿੱਸੇ ਬਣੇ। ਯਥਾ ਭਾਈ ਗੁਰਦਾਸ ਜੀ ਨੇ ਜਿਵੇਂ 10 ਨਾਮ ਸੰਨਿਆਸੀਆਂ ਜੋਗੀ 12 ਪੰਥ ਚਲਾਏ ਲਿਖਿਆ, ਉਹ ਕਹਿੰਦੇ ਨੇ ਸੰਨਿਆਸੀਆਂ ਦੇ ਵਿੱਚ ਵੀ ਅੱਗੇ 10 ਮਤ ਨੇ, 10 ਵੱਖਰੇ ਸ਼ਾਖਾਵਾਂ ਪੈਦਾ ਹੋ ਗਈਆਂ। ਜੋਗੀ, ਅਸੀਂ ਤਾਂ ਕੇਵਲ ਇਹਨਾਂ ਜਾਣਦੇ ਵੀ ਕੋਈ ਜੋਗੀ ਹੁੰਦਾ, ਪਰ ਜੋਗੀਆਂ ਦੇ ਅੰਦਰ ਵੀ ਅੱਗੇ 12 ਪੰਥ ਨੇ, 12 ਸ਼ਾਖਾਵਾਂ ਨੇ, ਅਤੇ ਉਹ ਸ਼ਾਖਾਵਾਂ ਵਿਆਖਿਆ ਭੇਦ ਕਰਕੇ ਹਨ, ਕੁਝ ਚੀਜ਼ਾਂ ਦੇ ਫਰਕ ਕਰਕੇ ਹਨ। ਮਸਲਨ ਇੱਕ ਫਿਰਕੇ ਦਾ ਸਾਧੂ ਆਪਣੇ ਮੱਥੇ ਦੇ ਉੱਤੇ ਤਿਲਕ ਕਿਸੇ ਹੋਰ ਵਿਧੀ ਨਾਲ ਲਾਉਂਦਾ ਅਤੇ ਦੂਜਾ ਕਿਸੇ ਹੋਰ ਨਾਲ ਲਾਉਂਦਾ। ਇੱਕ ਸੰਪਰਦਾਇ ਮਤ ਨਾਲ ਸੰਬੰਧ ਰੱਖਣ ਵਾਲਾ, ਫਿਰਕੇ ਨਾਲ ਸੰਬੰਧ ਰੱਖਣ ਵਾਲਾ ਸਾਧੂ ਮਾਲਾ ਕਿਸੇ ਹੋਰ ਚੀਜ਼ ਦੀ ਵਰਤਦਾ ਅਤੇ ਦੂਜਾ ਕਿਸੇ ਹੋਰ ਚੀਜ਼ ਦੀ ਵਰਤਦਾ। ਇੱਕ ਸੰਪਰਦਾਇ ਨਾਲ ਸੰਬੰਧ ਰੱਖਣ ਵਾਲਾ ਪੂਜਾ ਦੀ ਵਿਧੀ ਕੁਝ ਹੋਰ ਦੱਸਦਾ ਅਤੇ ਦੂਜਾ ਕੁਝ ਹੋਰ ਦੱਸਦਾ। ਇਹ ਸਾਰੇ ਦੇ ਸਾਰੇ ਵਖਰੇਵੇਂ, ਉਹਨਾਂ ਦੇ ਅੰਦਰ ਇੱਕ ਤਰ੍ਹਾਂ ਦੀ ਇਹ ਭਾਵਨਾ, ਵਖਰੇਵਾ ਹੋਣਾ ਸੰਸਾਰ ਦੇ ਅੰਦਰ ਆਪਣੀ ਮੱਤ ਹੈ, ਪਰ ਇਹਨਾਂ ਵਖਰੇਵਿਆਂ ਕਾਰਨ ਕਿਸੇ ਨੂੰ ਈਰਖਾ ਅਤੇ ਦਵੈਸ਼ ਦੀ ਦ੍ਰਿਸ਼ਟੀ ਨਾਲ ਵੇਖਣਾ, ਭੇਦਭਾਵ ਕਰਨਾ, ਉਸ ਨੂੰ ਹਰ ਵੇਲੇ ਦਬਾਉਣ ਦੀ ਕੋਸ਼ਿਸ਼ ਕਰਨਾ, ਪਰ ਇਹ ਤਾਂ ਸਾਰਾ ਕੁਝ ਚੱਲ ਰਿਹਾ ਸੀ। ਇਸ ਲਈ ਭਗਤੀ ਲਹਿਰ ਦੇ ਮਹਾਂਪੁਰਖਾਂ ਨੇ ਮਨੁੱਖ ਨੂੰ ਆਪਣਾ ਕਿਰਦਾਰ ਸਚਿਆਰਾ ਕਰਨ ਲਈ, ਸੁਰਤ ਨੂੰ ਪਵਿੱਤਰ ਕਰਨ ਲਈ, ਮਨ ਨੂੰ ਵਿਕਾਰਾਂ ਤੋਂ ਰਹਿਤ ਕਰਨ ਲਈ, ਨੇਕ ਆਚਰਣ ਅਤੇ ਉੱਚਾ ਅਮਲ ਰੱਖਣ ਦੀ ਪ੍ਰੇਰਨਾ ਕਰਦਿਆਂ ਸਭ ਵਿੱਚ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਅਹਿਸਾਸ ਕਰਨ ਦੀ ਪ੍ਰੇਰਨਾ ਅਤੇ ਉਪਦੇਸ਼ ਬਖਸ਼ਿਸ਼ ਕੀਤਾ। ਫੋਕਟ ਕਰਮ ਕਾਂਡਾਂ ਨੂੰ, ਵਿਖਾਵਿਆਂ ਨੂੰ, ਪਖੰਡਾਂ ਨੂੰ, ਮੂਰਤੀ ਪੂਜਾ, ਅਵਤਾਰਵਾਦ ਨੂੰ ਕਿਸੇ ਕਿਸਮ ਦੀ ਮਾਨਤਾ ਉਹਨਾਂ ਨੇ ਆਪਣੀ ਬਾਣੀ ਵਿੱਚ ਨਹੀਂ ਦਿੱਤੀ। ਇਹ ਜੋ ਸ਼ਬਦ ਆਪਾਂ ਪੜ੍ਹਿਆ, ਇਸ ਦੇ ਰਹਾਉ ਦੇ ਬੰਦ ਵਿੱਚ
ਇਉਂ ਲੱਗਦਾ ਹੈ ਸਮੁੱਚੇ ਸ਼ਬਦ ਨੂੰ ਪੜ੍ਹ ਕੇ ਵੀ ਵੈਸ਼ਨਵ, ਸ਼ੈਵ ਅਤੇ ਹੋਰ ਫਿਰਕਿਆਂ ਦੇ ਜਿਹੜੇ ਸਾਧੂ ਨੇ, ਉਹ ਜਿਹੜਾ ਭੇਖ ਕਰਦੇ ਨੇ, ਕਰਮ ਕਰਦੇ ਨੇ, ਲਿਬਾਸ ਪਹਿਨਦੇ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਬੜਿਆ ਗਹੁ ਨਾਲ ਨੇੜਿਓਂ ਹੋ ਕੇ ਜੋ ਭਗਤ ਜੀ ਨੇ ਤੱਕਿਆ, ਅਤੇ ਨਾਲ ਦੀ ਨਾਲ ਉਹਨਾਂ ਦੇ ਕਿਰਦਾਰ ਨੂੰ, ਉਹਨਾਂ ਦੇ ਵਿਹਾਰ ਕਰਮ ਵਿਖਾਵੇ ਦੇ ਮੁਤਾਬਕ ਜਦੋਂ ਤੋਲਿਆ ਅਤੇ ਵੇਖਿਆ ਵੀ ਕਰਮ ਦੇ ਕਿਰਦਾਰ ਦੇ ਹੌਲੇ ਨੇ, ਵਿਖਾਵੇਬਾਜ਼ੀ ਦਾ ਜ਼ੋਰ ਵਧੇਰੇ ਹੈ, ਵਿਧੀਆਂ ਦੇ ਉੱਤੇ ਜ਼ੋਰ ਹੈ, ਜੀਵਨ ਨੂੰ ਉੱਚੀਆਂ ਚੁੱਕਣ ਦਾ ਕੋਈ ਖਿਆਲ ਨਹੀਂ। ਤਾਂ ਉਹਨਾਂ ਨੇ ਦੋਵਾਂ ਚੀਜ਼ਾਂ ਨੂੰ ਤੋਲ ਕੇ ਬੜਾ ਸੁੰਦਰ ਵਿਸ਼ਲੇਸ਼ਣ ਜਿਹੜਾ ਇਸ ਮੁਬਾਰਕ ਸ਼ਬਦ ਰਾਹੀਂ ਕਰਕੇ ਚੰਗੇ ਅਮਲ ਕਮਾਉਣ ਦੇ ਉੱਤੇ ਜ਼ੋਰ ਇਸ ਪਾਵਨ ਸ਼ਬਦ ਵਿੱਚ ਪਰਮੇਸ਼ਰ ਦੀ ਬੰਦਗੀ, ਗੁਰੂ ਦੇ ਸ਼ਬਦ ਦੇ ਰਾਹ ਦੇ ਉੱਤੇ ਤੁਰ ਕੇ ਜੀਵਨ ਘੜਨ ਦੀ ਪ੍ਰੇਰਣਾ ਕੀਤੀ। ਰਹਾਉ ਦੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ, ਕਲ ਭਗਵਤ ਬੰਦ ਚਿਰਾਮੰ। ਭਗਵਤ ਭਗਵਾਨ ਨੂੰ ਕਹਿੰਦੇ ਨੇ। ਜਿਸ ਵੀ ਕਿਸੇ ਨੂੰ ਕੋਈ ਆਪਣਾ ਭਗਵਾਨ ਜਾਂ ਇਸ਼ਟ ਮੰਨਦਾ, ਕੋਈ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦਾ ਹੈ, ਸੋ ਕੋਈ ਵਿਸ਼ਨੂੰ ਦੀ ਕਰਦਾ ਹੈ, ਕੋਈ ਰਾਮ ਜੀ ਦੀ ਕਰਦਾ ਹੈ। ਵੈਸ਼ਨਵ ਜਿਹੜੇ ਨੇ ਉਹ ਵਿਸ਼ਨੂੰ ਦੀ ਪੂਜਾ ਕਰਦੇ ਨੇ। ਤਾਂ ਉਹਨਾਂ ਦਾ ਆਪਣਾ ਇੱਕ ਮਤ ਹੈ, ਸੁੱਚ ਭੇਟ, ਪਵਿੱਤਰਤਾ ਦਾ ਵਿਖਾਵਾ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਮੌਜੂਦ ਨੇ, ਇਹਨਾਂ ਦਾ ਉਹ ਅਭਿਆਸ ਕਰਦੇ। ਭਗਤ ਜੀ ਨੇ ਉਹਨਾਂ ਦੇ ਅੰਦਰੂਨੀ ਮਨ ਦੀ ਅਵਸਥਾ ਨੂੰ ਤੇ ਤਨ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਤੋਲ ਕੇ ਵਿਸ਼ਲੇਸ਼ਣ ਕਰਦਿਆਂ ਕਿਹਾ, ਕਹਿੰਦੇ ਕਲ ਦਾ ਮਤਲਬ ਹੁੰਦਾ ਹੈ ਕਲਯੁਗੀ ਸੁਭਾਅ ਦੇ ਅਖੜ ਹੋਣਾ, ਸੁਭਾਅ ਦੇ ਵਿੱਚ ਗੰਦਗੀ ਹੋਣੀ, ਕਹਿ ਲਓ ਵੀ ਸੁਭਾਅ ਮਲੀਨ ਹੈ। ਸੁਰਤ ਜਿਹੜੀ ਹੈ ਉਹਦੇ ਅੰਦਰ ਮਾੜੇ ਖਿਆਲਾਂ ਦਾ ਪ੍ਰਭਾਵ ਹੈ ਅੰਦਰੋਂ, ਜਾਨੀ ਕਿ ਜਿਹਨੂੰ ਆਪਾਂ ਸਿੰਪਲ ਸੌਖੀ ਬੋਲੀ, ਸੌਖੀ ਬੋਲ ਚਾਲ ਵਿੱਚ ਕਹਿ ਦਿੰਦੇ ਹਾਂ ਵੀ ਮਨ ਦਾ ਤੇ ਬੰਦਾ ਮੈਲਾ ਹੈ। ਉਹ ਕਹਿੰਦੇ ਹੁਣ ਅੰਦਰ ਤਾਂ ਮੈਲ ਭਰੀ ਹੈ, ਕਲਯੁਗੀ ਸੁਭਾਅ ਦਾ ਜ਼ੋਰ ਹੈ, ਤੇ ਬਾਹਰੋਂ ਕੀ ਹੋ ਰਿਹਾ? ਭਗਵਤ ਬੰਦ ਚਿਰਾਮੰਗ। ਬੰਦ ਦਾ ਮਤਲਬ ਹੈ ਬੰਦਨਾ ਕਰਨੀ, ਨਮਸਕਾਰ ਕਰਨੀ, ਮੱਥੇ ਟੇਕਣੇ, ਤੇ ਚਿਰਾਮੰਗ ਦਾ ਮਤਲਬ ਹੈ ਚਿਰਾਂ ਤਾਈਂ ਖਲੋਤੇ ਰਹਿਣਾ। ਆਪਣੇ ਇਸ਼ਟ ਦੇ ਸਾਹਮਣੇ ਚਿਰਾਂ ਤਾਈਂ ਮੱਥਾ ਟੇਕਦਿਆਂ ਖਲੋਤੇ ਰਹਿੰਦੇ ਹਨ, ਬੜਾ ਲੰਮਾ ਸਮਾਂ ਮੱਥਾ ਟੇਕਣ 'ਤੇ ਲਾਉਂਦੇ ਹਨ, ਪਰ ਅੰਦਰ ਦੀ ਗੰਦਗੀ ਵੱਲ ਕਦੇ ਧਿਆਨ ਨਹੀਂ ਕਰਦੇ। ਉਹਨਾਂ ਨੂੰ ਲੱਗਦਾ ਹੈ ਸਰੀਰ ਦੇ ਝੁਕ ਜਾਣ ਨਾਲ ਹੀ ਧਰਮ ਕਮਾਇਆ ਜਾਂਦਾ, ਸਰੀਰ ਦਾ ਝੁਕ ਜਾਣਾ ਹੀ ਕਾਫੀ ਹੈ। ਡੰਡੌਤ ਬੰਦਨਾ ਕਰਨੀਆਂ, ਲੰਮੇ ਨਮਸਕਾਰਾਂ ਕਰਨ ਦੇ ਵਿੱਚ ਹੀ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣੇ ਇਸ਼ਟ ਨੂੰ ਇੰਨੀ ਕੁ ਗੱਲ ਨਾਲ ਹੀ ਖੁਸ਼ ਕਰ ਲਵਾਂਗੇ। ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਇੱਕ ਵਾਕ ਆਸਾ ਦੀ ਵਾਰ ਵਿੱਚ ਜੋ ਬਖਸ਼ਿਆ, ਆਪਾਂ ਉਸ ਨੂੰ ਪੜ੍ਹਦੇ, ਸੁਣਦੇ, ਗਾਉਂਦੇ ਹਾਂ। ਸਤਿਗੁਰੂ ਨੇ ਉੱਥੇ ਲਿਖਿਆ, ਕਹਿੰਦੇ ਜਿਹੜਾ ਅਪਰਾਧੀ ਹੈ ਨਾ, ਅਪਰਾਧ ਕਰਨ ਵਾਲਾ, ਉਹ ਆਪਣੇ ਅਪਰਾਧ ਨੂੰ ਲੁਕਾਉਣ ਲਈ ਤੇ ਆਪਣੇ ਅਪਰਾਧ ਨੂੰ ਮੁਕੰਮਲ ਕਰਨ ਲਈ, ਵੀ ਕਰਨਾ ਉਹਨੇ ਪਾਪ ਹੁੰਦਾ ਤੇ ਉਹਨੂੰ ਲੱਗਦਾ ਵੀ ਤਣ ਕੇ ਨਹੀਂ ਕੀਤਾ ਜਾ ਸਕਦਾ, ਝੁਕ ਕੇ ਕੀਤਾ ਜਾ ਸਕਦਾ, ਤੇ ਉਹ ਅਪਰਾਧ ਕਰਨ ਲਈ ਕਈ ਵਾਰ ਝੁਕ ਵੀ ਜਾਂਦਾ, ਕਿਉਂਕਿ ਬਿਰਦੀ ਅਪਰਾਧ ਕਰਨ ਦੀ ਹੈ। ਹਾਲਾਤ ਬਾਹਰ ਉਹਨੂੰ ਜੇ ਲੱਗਣ ਵੀ ਝੁਕਿਆ ਅਪਰਾਧ ਹੋ ਸਕਦਾ, ਝੁਕ ਜਾਂਦਾ, ਤਣ ਕੇ ਹੋਵੇ ਤੇ ਤਣ ਕੇ ਕਰ ਲੈਂਦਾ, ਉਹ ਸਿਚੁਏਸ਼ਨ ਵੇਖਦਾ। ਕਹਿੰਦੇ ਨੇ ਅਪਰਾਧੀ ਦੂਣਾ ਨਿਵੈ। ਕਈ ਵਾਰ ਅਪਰਾਧ ਕਰਨ ਵਾਲਾ ਵੀ ਬਹੁਤ ਜ਼ਿਆਦਾ ਨਿਉ ਜਾਂਦਾ ਹੈ, ਤੇ ਉਹਦਾ ਨਿਉਣਾ ਕਿਵੇਂ ਦਾ ਹੁੰਦਾ? ਕਹਿੰਦੇ ਨੇ ਜੋ ਹੰਤਾ ਮਿਰਗਾ ਹੈ, ਜਿਵੇਂ ਕਿਸੇ ਹਿਰਨ ਦਾ ਸ਼ਿਕਾਰੀ, ਜੰਗਲੀ ਜੀਵ ਦਾ ਕਿਸੇ ਨੇ ਸ਼ਿਕਾਰ ਕਰਨਾ ਹੋਵੇ, ਤੇ ਉਹਨੂੰ ਜੇ ਲੱਗੇ ਨਾ ਵੀ ਖਲੋ ਕੇ ਨਿਸ਼ਾਨਾ, ਸਿਸਤ ਬੰਨ੍ਹ ਕੇ ਨਿਸ਼ਾਨਾ ਨਹੀਂ ਲੱਗ ਰਿਹਾ, ਤੇ ਸ਼ਿਕਾਰ ਮੇਰੇ ਨਿਸ਼ਾਨੇ ਹੇਠ ਨਹੀਂ ਆਉਂਦਾ, ਤੇ ਕਈ ਵਾਰ ਲੰਮਾ ਪੈ ਕੇ ਗੋਡੇ ਜ਼ਮੀਨ 'ਤੇ ਲੱਗ, ਜਿਵੇਂ ਵੀ ਉਹਨੂੰ ਠੀਕ ਲੱਗੇ। ਕਈ ਵਾਰ ਝੁਕ ਕੇ ਵੀ ਨਿਸ਼ਾਨਾ ਲਾਉਂਦਾ, ਤੇ ਜਦੋਂ ਉਹ ਝੁਕ ਜਾਏ ਹਥਿਆਰ ਲੈ ਕੇ, ਹੱਥ 'ਚ ਹਥਿਆਰ ਹੋਵੇ ਤੇ ਨਿਸ਼ਾਨਾ ਉਹਨੇ ਬੱਧਾ ਹੋਵੇ ਤੇ ਝੁਕ ਜਾਏ, ਹੁਣ ਵੇਖਣ ਵਾਲਾ ਇਹ ਕਿਆਸ ਕਰੇ ਉਹਨੂੰ ਵੇਖ ਕੇ ਵੀ ਇਹ ਤਾਂ ਝੁਕ ਗਿਆ, ਇਹ ਤਾਂ ਨਿਮਰਤਾਵਾਨ ਹੋ ਗਿਆ। ਨਹੀਂ, ਝੁਕਿਆ ਉਹ ਕਿਉਂ? ਕਿਉਂਕਿ ਉਹਨੂੰ ਲੱਗਿਆ ਵੀ ਖਲੋ ਕੇ ਨਿਸ਼ਾਨਾ ਨਹੀਂ ਲੱਗ ਸਕਦਾ, ਝੁਕ ਕੇ ਲੱਗ ਸਕਦਾ, ਝੁਕ ਗਿਆ। ਪਰ ਲਾਉਣਾ ਤੇ ਉਹਨੇ ਨਿਸ਼ਾਨਾ ਹੀ, ਤਾਂ ਉਹਦਾ ਜਿਹੜਾ ਝੁਕਣਾ ਹੈ ਉਹ ਕੋਈ ਨਾ ਤਾਂ ਨਿਮਰਤਾ ਹੈ, ਨਾ ਕੋਈ ਦਇਆ ਹੈ। ਇਹ ਕੇਵਲ ਤੇ ਕੇਵਲ ਉਹਦਾ ਝੁਕਣਾ ਜਿਹੜਾ ਹੈ ਉਹ ਆਪਣੇ ਨਿਸ਼ਾਨੇ ਦੀ ਪੂਰਤੀ, ਸ਼ਿਕਾਰ ਨੂੰ ਫੁੰਡਣ ਵਾਸਤੇ। ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਏ, ਸੀਸ ਨਿਵਾਇਆ ਕਿਆ ਤੀਏ ਹਿਰਦੇ ਕੁਸ਼ੁੱਧੇ ਜਾਏ। ਇੱਕ ਵਾਕ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸਹਿਸਕ੍ਰਿਤੀ ਸ਼ਲੋਕਾਂ ਵਿੱਚ ਬਖਸ਼ਿਸ਼ ਕੀਤਾ ਹੈ, ਸਿਆਮਲੰ ਮਧੁਰ ਮਾਨੁਖਯੰ ਰਿਦਯੰ ਭੂਮ ਵੈਰਣ। ਭਾਵ ਇਹ ਹੈ ਤਨ ਦੇ ਉੱਤੇ ਬੜਾ ਸੁੰਦਰ ਲਿਬਾਸ ਹੋਵੇ, ਉਹ ਧਾਰਮਿਕ ਵੀ ਹੋ ਸਕਦਾ ਤੇ ਉਹ ਜੈਂਟਲਮੈਨ ਲੱਗਣ ਲਈ ਵੀ ਹੋ ਸਕਦਾ, ਓਨੈਸਟ ਲੱਗਣ ਲਈ।
ਕਿ ਇਸ ਤਰ੍ਹਾਂ ਦਾ ਬੰਦਾ ਬਾਹਰੋਂ ਦੇਖੇ ਵੇਂਦੀ ਲੱਗੇ, ਉਹਦਾ ਇੰਪ੍ਰੈਸ਼ਨ ਸਰੀਰ ਦਾ, ਉਹਦਾ ਪਹਿਰਾਵਾ, ਉਹਦਾ ਬਾਹਰੋਂ ਜਿਹੜਾ ਉਹ ਬੋਡੀ ਲੈਂਗੁਏਜ ਹੈ ਜਿਹੜੀ, ਉਹ ਇਸ ਤਰ੍ਹਾਂ ਦੀ ਲੱਗੇ ਵੀ ਬੜਾ ਮਿੱਠਾ ਬੰਦਾ ਹੈ, ਭਲਾ ਬੰਦਾ ਹੈ, ਇਮਾਨਦਾਰ ਬੰਦਾ ਹੈ, ਚੰਗਾ ਬੰਦਾ ਹੈ। ਸਿਆਮਲੰ ਮਧੁਰ ਮਨੁਖਯੰ ਰਿਦਯੰ ਭੂਮ ਵੈਰਨ ਹੈ, ਪਰ ਹਿਰਦੇ ਦੀ ਭੂਮੀ ਦੇ ਉੱਤੇ ਵੈਰ ਹੈ, ਭਾਵ ਮਨ ਵੈਰ ਨਾਲ ਭਰਿਆ। ਨਿਵੰਤ ਹੋਵੰਤ ਮਿਥਿਆ, ਉਹਦਾ ਐਸੇ ਹਿਰਦੇ ਵਾਲੇ ਬੰਦੇ ਦਾ ਨਿਉਣਾ ਵੀ ਵਿਅਰਥ ਹੈ। ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ, ਕਿਹੜੇ ਜਿੰਦ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਅੰਦਰੋਂ ਜਾਗੇ ਨੇ, ਉਹ ਐਸੇ ਬੰਦੇ ਦੇ ਨਿਉਣੇ ਤੋਂ ਵੀ ਸੁਚੇਤ ਰਹਿੰਦੇ ਨੇ, ਐਸੇ ਮਨੁੱਖ ਦੇ ਝੁਕਣ ਤੋਂ ਵੀ ਉਹ ਖਬਰਦਾਰ ਰਹਿੰਦੇ ਨੇ। ਉਹਨਾਂ ਨੂੰ ਪਤਾ ਹੈ ਵੀ ਇਹ ਸ਼ਿਕਾਰੀ ਬੰਦਾ, ਸਾਪ ਕੁੰਚ ਛੋਡਾ ਬੇਖ ਨਹੀਂ ਛੱਡੈ, ਉਦਕ ਮਾਹੇ ਜੈਸੇ ਭਗ ਧਿਆਨ ਮੰਡੈ। ਵੀ ਸੱਪ ਜੇ ਕੁੰਜ ਲਾ ਦੇਵੇ ਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਉਹਨੇ ਜ਼ਹਿਰ ਵੀ ਲਾ ਦਿੱਤਾ। ਕੁੰਜ ਤਾਂ ਉਹਦੇ ਸਰੀਰ ਦੀ ਬਾਹਰੀ ਇੱਕ ਸੂਖਮ ਜਿਹੀ ਚਮੜੀ ਹੈ ਜਿਹੜੀ ਸਮੇਂ ਦੇ ਉੱਤੇ ਲੈਣੀ ਹੁੰਦੀ ਹੈ, ਤੇ ਕੁੰਜ ਲੈ ਜਾਏ ਤੇ ਕੋਈ ਸੱਪ ਦੇ ਮੂੰਹ ਵਿੱਚ ਉਂਗਲ ਦੇਣ ਦਾ ਯਤਨ ਕਰੇ ਵੀ ਇਹਨੇ ਤਾਂ ਕੁੰਜ ਲਾ ਦਿੱਤੀ, ਹੋ ਸਕਦਾ ਇਹਦਾ ਜ਼ਹਿਰ ਵੀ ਖਤਮ ਹੋ ਗਿਆ ਹੋਏ, ਉਹ ਮਨੁੱਖ ਜ਼ਰੂਰ ਉਹਦੇ ਜ਼ਰੀਲੇ ਡੰਗ ਦਾ ਸ਼ਿਕਾਰ ਹੋਏ। ਤੋ ਭਾਵ ਇਹ ਹੈ, ਕਲ ਭਗਵਤ ਬੰਦ ਚਰਾਮੰ ਕਰੂਰ ਦਿਸ਼ਟ ਰਤਾ ਨਿਸਬਾਦੰ। ਕਰੂਰ ਦਾ ਮਤਲਬ ਹੈ ਭੈੜੀ, ਦਿਸ਼ਟ ਦਾ ਮਤਲਬ ਹੈ ਦ੍ਰਿਸ਼ਟੀ, ਨਜ਼ਰੀਆ, ਦ੍ਰਿਸ਼ਟੀਕੋਣ। ਨਜ਼ਰ ਜਿਹੜੀ ਹੈ ਉਹ ਕੂੜ ਨਾਲ ਭਰੀ ਹੋਈ ਹੈ, ਕਰੂਰ ਭੈੜੀ ਨਜ਼ਰ ਹੈ, ਭਾਵ ਉਹਦਾ ਤੱਕਣਾ ਜਿਹੜਾ ਹੈ, ਉਹਦਾ ਜਿਹੜਾ ਦ੍ਰਿਸ਼ਟੀਕੋਣ ਹੈ ਜੀਵਨ ਦਾ, ਉਹ ਬੜਾ ਭੈੜਾ ਹੈ, ਕੁਰਾਹੇ ਪਾਉਣ ਵਾਲਾ ਤੇ ਕੁਰਾਹੇ ਪੈਣ ਵਾਲਾ ਹੈ। ਕਹਿੰਦੇ ਨੇ ਰੱਤਾ ਨਿਸਬਾਦੰ, ਨਿਸ ਹਰ ਵੇਲੇ ਹਰ ਘੜੀ ਉਹਦੀ ਸੁਰਤ ਤੇ ਉਹਦੀ ਬੋਲੀ ਕੁਰਾਹੇ ਪਾਉਣ ਵਾਲੀ ਤੇ ਪੈਣ ਵਾਲੀ ਹੈ। ਪਰ ਜੇ ਐਸਾ ਮਨੁੱਖ ਘੰਟਿਆਂ ਬੱਧੀ ਵੀ ਆਪਣੇ ਇਸ਼ਟ ਦੇ ਸਾਹਮਣੇ ਖਲੋ ਕੇ ਝੁਕ ਝੁਕ ਕੇ ਨਮਸਕਾਰਾਂ ਕਰੇ ਤੇ ਉਹ ਕਿਸੇ ਲੇਖੇ ਵਿੱਚ ਨਹੀਂ ਆਉਂਦੀਆਂ, ਜਿੰਨਾ ਚਿਰ ਉਹ ਆਪਣੇ ਹਿਰਦੇ ਨੂੰ ਜੀਵਨ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਲੋਕਾਈ ਦੇ ਪ੍ਰਤੀ, ਆਪਣੇ ਦ੍ਰਿਸ਼ਟੀਕੋਣ ਨੂੰ ਤੇ ਆਪਣੀ ਰਸਨਾ ਦੇ ਬੋਲਾਂ ਨੂੰ ਭਲਾਈ ਲਈ ਨਹੀਂ ਵਰਤਦਾ। ਆਰੰਭ ਦੇ ਬਚਨ ਵਿੱਚ ਫਰਮਾਇਆ, ਤਨ ਚੰਦਨ ਮਸਤਕ ਪਾਤੀ। ਤਨ ਉੱਤੇ ਚੰਦਨ ਦਾ ਲੇਪ ਕਰਦੇ ਨੇ, ਮੱਥੇ ਤੇ, ਬਾਹਾਂ ਤੇ, ਸਰੀਰ ਦੇ ਕੁਝ ਹਿੱਸੇ ਤੇ। ਜਿਵੇਂ ਅੱਗੇ ਬਿਨੈ ਕੀਤੀ ਹੈ ਵੀ ਵੱਖ-ਵੱਖ ਸੰਪਰਦਾਵਾਂ ਦੇ ਸਾਧੂਆਂ ਦਾ ਚੰਦਨ ਲੇਪ, ਤਿਲਕ, ਇਹ ਸਾਰਾ ਕੁਝ ਆਪਣੇ ਆਪਣੇ ਮਤ ਮੁਤਾਬਕ ਹੈ, ਪਰ ਇਹ ਸਾਧੂਆਂ ਵਿੱਚ ਬੜੀ ਪ੍ਰਚਲਿਤ ਰੀਤ ਹੈ। ਉਹਨਾਂ ਦੇ ਭੇਖ, ਉਹਨਾਂ ਦੀ ਅਭਿਆਸ ਦਾ ਇੱਕ ਹਿੱਸਾ ਮੰਨਿਆ ਜਾਂਦਾ ਵੀ ਚੰਦਨ ਨੂੰ ਸਿਲ ਉੱਤੇ ਘੋਟ ਕੇ ਉਹ ਆਪਣੇ ਮੱਥੇ, ਬਾਹਾਂ, ਡੌਲਿਆਂ ਜਾਂ ਸਰੀਰ ਦੇ ਹੋਰ ਭਾਗਾਂ ਤੇ ਉਹਦਾ ਲੇਪ ਕਰਦੇ ਨੇ। ਤਨ ਚੰਦਨ ਮਸਤਕ ਪਾਤੀ, ਮੱਥੇ ਦੇ ਉੱਤੇ, ਤਾਲੂ ਦੇ ਉੱਤੇ ਉਹ ਤੁਲਸੀ ਦੇ ਪੱਤੇ ਰੱਖਦੇ ਨੇ। ਤੁਲਸੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਤੇ ਉਹਦੀ ਪੂਜਾ ਕੀਤੀ ਜਾਂਦੀ ਹੈ। ਆਮ ਹੀ ਭਾਰਤ ਵਿੱਚ ਲੋਕ ਆਪਣੇ ਘਰਾਂ ਦੇ ਵਿਹੜਿਆਂ ਦੇ ਵਿੱਚ ਵੀ ਤੁਲਸੀ ਦਾ ਬੂਟਾ ਲਾ ਕੇ ਉਹਦੀ ਪੂਜਾ ਕਰਦੇ ਨੇ, ਉਹਨੂੰ ਮੱਥਾ ਵੀ ਟੇਕਦੇ ਨੇ, ਉਹਨੂੰ ਜਲ ਅਰਪਿਤ ਕਰਦੇ ਨੇ। ਉਹਦੇ ਪਿੱਛੇ ਵੀ ਪੁਰਾਣਾ ਦੀ ਇੱਕ ਲੰਬੀ ਚੌੜੀ ਵਾਰਤਾ ਤੇ ਕਥਾ ਹੈ, ਕਹਾਣੀ ਹੈ। ਖੈਰ, ਇੱਥੇ ਅੱਗੇ ਫਰਮਾਉਂਦੇ ਨੇ, ਰੇ ਦੇ ਅੰਤਰ ਕਰ ਤਲ ਖਾਤੀ। ਮੱਥੇ ਦੇ ਉੱਤੇ, ਤਾਲੂ ਦੇ ਉੱਤੇ ਤੁਲਸੀ ਦੇ ਪੱਤੇ ਰੱਖ ਲੈ, ਸਰੀਰ ਦੇ ਉੱਤੇ ਚੰਦਨ ਦਾ ਲੇਪ ਕਰ ਲਿਆ, ਸਾਧੂ ਦਿਸਣ ਦੀ ਨਿਸ਼ਾਨੀ ਬਣਾ ਲਈ। ਪਰ ਅੰਦਰ ਕੀ ਹੈ? ਰਿੱਧ ਅੰਤਰ, ਹਿਰਦੇ ਵਿੱਚ ਕਰ ਤਲ ਕਾਤੀ। ਅੰਦਰ ਇਵੇਂ ਦੂਜੇ ਨੂੰ ਸ਼ਿਕਾਰ ਕਰਨ ਲਈ ਤੇ ਦੂਜੇ ਦਾ ਨੁਕਸਾਨ ਕਰਨ ਦੀ ਭਾਵਨਾ ਪ੍ਰਬਲ ਹੈ ਵੀ ਜਿਵੇਂ ਕਿਸੇ ਕੱਪੜਾ ਕੱਟਣ ਵਾਲੇ ਨੇ ਹੱਥ ਵਿੱਚ ਘੁੱਟ ਕੇ ਕੈਂਚੀ ਫੜੀ ਹੋਵੇ ਤੇ ਉਹਨੇ ਕੱਪੜੇ ਨੂੰ ਪਾੜ ਦੇਣਾ ਹੋਵੇ। ਠੀਕ ਇਸੇ ਢੰਗ ਨਾਲ ਉਹਨਾਂ ਦੇ ਅੰਦਰ ਦੂਸਰੇ ਨੂੰ ਸ਼ਿਕਾਰ ਕਰਨ, ਵੱਢ ਖਾਣ ਦੀ, ਦੂਸਰੇ ਦਾ ਨੁਕਸਾਨ ਕਰਨ ਦੀ, ਦੂਸਰੇ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਭੈੜਾ ਕਰਨ ਜਾਂ ਭੈੜਾ ਸੋਚਣ ਦੀ ਅੰਦਰ ਤਦਬੀਰ ਚੱਲਦੀ ਰਹਿੰਦੀ ਹੈ, ਵਿਉਂਤ ਚੱਲਦੀ ਰਹਿੰਦੀ ਹੈ। ਤੇ ਇਸ ਦਾ ਭਾਵ ਹੈ ਵੀ ਬਾਹਰੋਂ ਸਾਧੂ ਦਿਸਣ ਵਾਲਾ ਲਿਬਾਸ ਕੀ ਕਰੇਗਾ, ਬਾਹਰ ਦੇ ਭੇਖ, ਚੰਦਨ ਮਲਿਆ ਹੋਇਆ, ਤੁਲਸੀ ਦੇ ਪੱਤੇ ਰੱਖੇ ਹੋਏ, ਇਹ ਕੀ ਕਰਨਗੇ ਜੇ ਅੰਦਰ ਛੁਰੀ ਚੱਲ ਰਹੀ ਹੈ। ਅੱਗੇ ਬਚਨ ਕੀਤਾ, ਠੱਗ ਦਿਸ਼ਟ ਬੱਗਾ ਲਿਵ ਲਾਗਾ। ਦ੍ਰਿਸ਼ਟੀ ਠੱਗਾਂ ਵਾਲੀ ਹੋਵੇ। ਦ੍ਰਿਸ਼ਟੀ ਜਿਹੜੀ ਹੈ, ਜਿਹਨੂੰ ਆਪਾਂ ਦ੍ਰਿਸ਼ਟੀਕੋਣ ਕਹਿ ਦਿੰਦੇ ਹਾਂ, ਆਪਣੇ ਜ਼ਿੰਦਗੀ ਦਾ ਨਜ਼ਰੀਆ ਕਹਿ ਦਿੰਦੇ ਹਾਂ, ਜਿਹੜਾ ਜ਼ਿੰਦਗੀ ਦਾ ਦ੍ਰਿਸ਼ਟੀਕੋਣ ਬਣ ਗਿਆ, ਜਾਂ ਇਉਂ ਕਹਿ ਲਓ ਵੀ ਅੱਖ ਹਮੇਸ਼ਾ ਇਸ ਚੀਜ਼ ਦੇ ਉੱਤੇ ਰਵੇ ਵੀ ਮੈਂ ਕਿਹਦੇ ਨਾਲ ਠੱਗੀ ਮਾਰ ਸਕਦਾ, ਚੀਟਿੰਗ ਕਰ ਸਕਦਾ, ਬੇਈਮਾਨੀ ਕਰ ਸਕਦਾ, ਧੋਖਾ ਦੇ ਸਕਦਾ, ਜ਼ਾਲਸਾਜ਼ੀ ਕਰ ਸਕਦਾ, ਚਾਲਬਾਜ਼ੀਆਂ ਕਰ ਸਕਦਾ।
ਕਹਿੰਦੇ ਨੇ ਠੱਗ ਦਿਸ਼ਟ ਬੱਗਾ ਲਿਵ ਲਾਗਾ, ਤੇ ਬਗਲੇ ਵਾਂਗ ਲੰਬੀ ਲੰਬੀ ਸਮਾਧੀ ਲਾ ਕੇ ਬਹਿ ਜਾਏ। ਜਿਵੇਂ ਬਗਲਾ ਆਪਣਾ ਸ਼ਿਕਾਰ ਫੜਨ ਲਈ ਪਾਣੀ ਦੇ ਕੰਢੇ ਦੇ ਉੱਤੇ ਜਾ ਕੇ ਆਪਣੇ ਸਰੀਰ ਨੂੰ ਅਟੰਕ ਰੋਕ ਲੈਂਦਾ, ਹਿਲ ਜੁਲ ਨਹੀਂ ਕਰਦਾ, ਪੈਰ ਉਹਦੇ ਪਾਣੀ ਵਿੱਚ ਹੁੰਦੇ ਨੇ, ਤੇ ਆਪਣੀ ਨਜ਼ਰ ਨੂੰ ਆਪਣੇ ਪੈਰਾਂ ਦੇ ਨਾਲ ਜੋੜੀ ਰੱਖਦਾ। ਜਿਸ ਵੇਲੇ ਉਹਨੂੰ ਲੱਗਦਾ ਵੀ ਕੋਈ ਨਿੱਕੀ ਮੋਟੀ ਮੱਛੀ ਜਾਂ ਕੋਈ ਡੱਡੀ ਉਹਦੇ ਪੈਰਾਂ ਵਿੱਚ ਆ ਗਈ, ਉਹਨੇ ਉਸੇ ਵੇਲੇ ਝਪਟ ਮਾਰ ਕੇ ਉਸ ਨੂੰ ਫੜ ਲੈਣਾ ਹੈ ਆਪਣੀ ਚੁੰਝ ਵਿੱਚ। ਜਾਨੀ ਕਿ ਉਹਦਾ ਅਟੰਕ ਹੋਣਾ, ਬਿਲਕੁਲ ਸਾਵਧਾਨ ਹੋਣਾ, ਉਹ ਕੋਈ ਭਗਤੀ ਜਾਂ ਸਮਾਧੀ ਵਿੱਚ ਥੋੜ੍ਹਾ ਹੁੰਦਾ। ਉਹਦਾ ਉਹ ਬਿਲਕੁਲ ਅਟੰਕ ਸਰੀਰ ਨੂੰ ਹਿਲ ਜੁਲ ਤੋਂ ਰਹਿਤ ਕਰਨ ਦਾ ਭਾਵ ਇਹ ਹੁੰਦਾ ਵੀ ਉਹ ਆਪਣੇ ਸ਼ਿਕਾਰ ਨੂੰ ਚਕਮਾ ਦੇ ਰਿਹਾ, ਧੋਖਾ ਦੇ ਰਿਹਾ, ਕਿ ਉਹਨੂੰ ਜਤਾ ਰਿਹਾ ਵੀ ਮੈਂ ਇੱਥੇ ਕੋਈ ਖਤਰਾ ਨਹੀਂ। ਤੋ ਜਿਸ ਦੀ ਐਸੀ ਸਮਾਧੀ ਹੈ, ਜਿਸ ਦਾ ਐਸਾ ਬੈਠਣਾ ਹੈ, ਜਿਸ ਦੀ ਐਸੀ ਬਾਹਰੀ ਵਿਖਾਵੇ ਦੀ ਲਗਨ ਹੈ, ਕਹਿੰਦੇ ਨੇ ਉਹ ਮਨੁੱਖ ਕਤਈ ਨਾ ਸਾਧੂ ਨਾ ਧਰਮੀ ਨਾ ਚੰਗਾ ਇਨਸਾਨ ਹੋ ਸਕਦਾ। ਦੇਖ ਵੈਸ਼ਨੋ ਪ੍ਰਾਨ ਮੁਖ ਭਾਗਾ, ਐਸੇ ਬੰਦੇ ਐਸਾ ਵਿਖਾਵਾ ਕਰਨਗੇ, ਦੇਖ ਵੈਸ਼ਨੋ ਵੀ ਉਸ ਨੂੰ ਲੋਕ ਭਗਤ ਸਮਝਣ, ਰੱਬ ਦਾ ਬੰਦਾ, ਧਰਮੀ, ਨੇਕ, ਹਰ ਤਰ੍ਹਾਂ ਨਾਲ ਚੰਗਾ ਜਾਣਨ, ਤੇ ਉਹਦੇ ਵੱਲ ਵੇਖ ਕੇ ਇਵੇਂ ਪ੍ਰਾਣ ਇਵੇਂ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ, ਮਾਨੋ ਜਿਵੇਂ ਇਹਦੇ ਮੂੰਹ ਥਾਣੀ ਪ੍ਰਾਣ ਨਿਕਲ ਗਏ ਹੋਣ। ਭਾਵ ਜਿਵੇਂ ਇਹਦੇ 'ਚ ਸਾਹ ਸਾਥੀ ਨਹੀਂ। ਇੰਨਾ ਬੰਦਾ ਨਿਮਰਤਾ ਦਾ ਵਿਖਾਵਾ ਕਰੇਗਾ, ਇੰਨੀ ਹਲੇਮੀ ਵਿਖਾਏਗਾ ਵੀ ਅਗਲਾ ਸਮਝਦਾ ਵੀ ਇਸ ਬੰਦੇ ਦੇ ਅੰਦਰ ਤਾਂ ਕੋਈ ਚਤੁਰਾਈ ਹੀ ਹੈ, ਯਾਨੀ ਕਿ ਸਭ ਵਿਖਾਵੇ ਲਈ ਹੁੰਦਾ। ਦੂਸਰੇ ਬੰਦ ਵਿੱਚ ਕਹਿੰਦੇ ਨੇ ਨਿਤ ਪ੍ਰਤੀ ਇਸ਼ਨਾਨ ਸਰੀਰੰ, ਨਿਤਾ ਪ੍ਰਤੀ ਸਰੀਰ ਨੂੰ ਤੀਰਥਾਂ ਦੇ ਉੱਤੇ ਇਸ਼ਨਾਨ ਕਰਾਉਂਦਾ, ਯਾਨੀ ਕਿ ਸਰੀਰ ਦੀ ਪਵਿੱਤਰਤਾ ਉਹ ਪਾਣੀ ਨਾਲ ਧੋ ਕੇ ਮੰਨਦਾ ਵੀ ਪਾਣੀ ਨਾਲ ਤਨ ਧੋ ਲਿਆ ਤੇ ਪਵਿੱਤਰ ਹੋ ਗਿਆ, ਆਪਣੇ ਆਪ ਨੂੰ ਸੁੱਚਿਆਂ ਰੱਖਦਾ। ਦੋਏ ਧੋਤੀ ਕਰਮ ਮੁਖ ਖੀਰੰ, ਦੋ ਸੁੱਚੀਆਂ ਧੋਤੀਆਂ ਪਹਿਨਦਾ ਹੈ, ਯਾਨੀ ਕਿ ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਪਹਿਰਾਵਾ ਸਾਫ਼ ਪਹਿਨ ਕੇ ਤੇ ਇਹ ਭਰਮ ਪਾਲ ਲੈਂਦਾ ਵੀ ਹੁਣ ਮੈਂ ਪਾਕ ਸਾਫ਼ ਤੇ ਸੁੱਚਾ ਹੋ ਗਿਆ। ਕਰਮ ਮੁਖ ਖੀਰੰ, ਤੇ ਕਰਮ ਇਹੋ ਜਿਹੇ ਕਰਦਾ ਹੈ ਵੀ ਆਮ ਖੁਰਾਕ ਵੀ ਕਿਸੇ ਦੇ ਹੱਥੋਂ ਲੈ ਕੇ ਨਹੀਂ ਖਾਂਦਾ। ਦੁੱਧਾਧਾਰੀ ਜਿਸ ਨੂੰ ਆਪਾਂ ਕਹਿੰਦੇ ਨੇ ਵੀ ਖਾਸ ਇੱਕ ਚੀਜ਼ ਨੂੰ ਖਾ ਕੇ ਤੇ ਹਰ ਚੀਜ਼ ਨੂੰ ਰਿਜੈਕਟ ਕਰ ਦੇਣਾ, ਤੇ ਉਹ ਦੂਜੇ ਨੂੰ ਲੱਗਦਾ ਵੀ ਇਹ ਬੰਦਾ ਤੇ ਬੜੀ ਭਗਤੀ ਵਾਲਾ, ਬੜੇ ਸੰਜਮ ਵਾਲਾ। ਅੱਗੇ ਆਖਦੇ ਨੇ ਹਿਰਦੈ ਸ਼ੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਨੀ। ਸੰਧਿਆਨੀ ਦਾ ਮਤਲਬ ਹੁੰਦਾ ਹੈ ਸੰਧਾਨੀ, ਭਾਵ ਜਿਹਨੂੰ ਆਪਾਂ ਕਹਿੰਦੇ ਸਿਸਤ ਬੰਨ ਕੇ, ਨਿਸ਼ਾਨਾ ਬੰਨ ਕੇ ਫੜੀ ਹੋਈ। ਕਹਿੰਦੇ ਨੇ ਹਿਰਦੇ ਵਿੱਚ ਦੂਸਰੇ ਦੀ ਵਸਤੂ ਦੇ ਉੱਤੇ ਮੈਲੀ ਨਿਗਾਹ ਰੱਖਣ ਵਾਲੀ ਭਾਵਨਾ ਇਵੇਂ ਪ੍ਰਬਲ ਹੈ ਜਿਵੇਂ ਕਿਸੇ ਨੇ ਕਿਸੇ ਦਾ ਗਲਾ ਰੇਤ ਦੇਣ ਵਾਸਤੇ ਕੱਸ ਕੇ ਹੱਥ ਵਿੱਚ ਛੁਰੀ ਫੜੀ ਹੋਵੇ, ਨਿਸ਼ਾਨਾ ਲਾ ਕੇ ਹੱਥ ਛੁਰੀ ਫੜੀ ਹੋਵੇ। ਪਰ ਦਰਬ ਹਿਰਨ ਕੀ ਬਾਨੀ, ਬਾਨੀ ਦਾ ਮਤਲਬ ਹੈ ਬਾਣ, ਆਦਤ, ਦੂਸਰੇ ਦਾ ਧਨ ਚੁਰਾਉਣ ਦੀ, ਠੱਗੀ ਮਾਰਨ ਦੀ ਬਾਣ ਹੈ, ਆਦਤ ਪਈ ਹੋਈ ਹੈ। ਫਿਰ ਫਰਮਾਉਂਦੇ ਨੇ ਸਿਲ ਪੂਜਸ ਚੱਕਰ ਗਣੇਸਨ, ਉਹ ਸਿਲਾ ਪੂਜਦਾ ਹੈ, ਸ਼ਿਵਲਿੰਗ ਦੀ ਜਾਂ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ ਕਰਦਾ ਹੈ। ਸਰੀਰ ਦੇ ਉੱਤੇ ਗਣੇਸ਼ ਚੱਕਰ ਬਣਾਉਂਦਾ ਹੈ, ਇਹ ਵੀ ਦੇਵਤੇ ਦੇ ਨਾਂ ਦੇ ਉੱਤੇ ਸਰੀਰ ਦੇ ਉੱਤੇ ਖਾਸ ਨਿਸ਼ਾਨ ਠੱਪੇ ਲਾਏ ਜਾਂਦੇ ਨੇ, ਉਹਨਾਂ ਨੂੰ ਗਣੇਸ਼ ਚੱਕਰ ਕਿਹਾ ਜਾਂਦਾ ਹੈ, ਤਨ ਦੀ ਪਵਿੱਤਰਤਾ ਲਈ। ਫਿਰ ਅੱਗੇ ਆਖਦੇ ਨੇ ਨਿਸ ਜਾਗਸ ਭਗਤ ਪ੍ਰਵੇਸ਼ਨ, ਰਾਤ ਨੂੰ ਜਾਗਦਾ ਹੈ, ਰਾਤ ਰਾਤ ਭਰ ਜਾਗ ਕੇ ਉਹ ਨੀਂਦਰਾ ਰੱਖ ਕੇ ਤਪ ਸਾਧਦਾ ਹੈ, ਬਿਸ਼ਨ ਪਦੇ ਗਾਉਂਦਾ ਹੈ, ਭਜਨ ਗਾਉਂਦਾ ਹੈ। ਫਿਰ ਕਹਿੰਦੇ ਨੇ ਇਵੇਂ ਲੱਗਦਾ ਹੈ ਵੇਖਣ ਵਾਲਿਆਂ ਨੂੰ ਕਿ ਇਹ ਬੜਾ ਵੱਡਾ ਭਗਤ ਹੈ, ਇਹ ਤਾਂ ਰੱਬ ਨੂੰ ਬੜਾ ਪਿਆਰ ਕਰਦਾ ਹੈ, ਇਹ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਬੜਾ ਉਤਾਵਲ ਹੈ ਤੇ ਰੱਬ ਦੇ ਤਾਂ ਬੜਾ ਨੇੜੇ। ਫਿਰ ਕਹਿੰਦੇ ਨੇ ਪਰ ਹੁੰਦਾ ਕੀ ਇਹ ਪੱਗ ਨਾਚਸ ਚਿੱਤ ਅਧਰਮੰ, ਚਿੱਤ ਅਕਰਮ, ਪੈਰ ਹਿਲਾ ਹਿਲਾ ਕੇ ਉਹ ਭਜਨ ਗਾਉਂਦਿਆਂ ਨੱਚਦਾ ਵੇ ਤੇ ਲੋਕਾਂ ਨੂੰ ਲੱਗਦਾ ਵੀ ਉਹਦੀ ਬੰਦਗੀ 'ਚ ਖੀਵਾ ਹੋ ਗਿਆ, ਮਸਤ ਹੋ ਗਿਆ, ਇਹਨੂੰ ਆਪੇ ਦੀ ਸੁੱਧ ਭੁੱਲ ਗਈ। ਤੇ ਅਗਲੀ ਗੱਲ ਕੀ ਹੈ, ਭਗਤ ਜੀ ਕਹਿੰਦੇ ਪਰ ਚਿੱਤ ਦਾ ਚੇਤਾ ਹੀ ਨਹੀਂ, ਚਿੱਤ ਵੱਲ ਧਿਆਨ ਨਹੀਂ ਜਾਂਦਾ ਵੀ ਚਿੱਤ ਅਕਰਮ, ਚਿੱਤ ਜਿਹੜਾ ਉਹ ਮਾੜੇ ਕੰਮਾਂ 'ਚ ਲੱਗਿਆ ਹੋਇਆ, ਜਾਗਦਾ ਵੀ ਹੈ, ਉਹ ਨੀਂਦਰਾ ਵੀ ਚੱਲਦਾ ਹੈ, ਭਜਨ ਵੀ ਗਾਉਂਦਾ ਹੈ ਤੇ ਪੈਰੀ ਨੱਚਦਾ ਵੀ ਹੈ, ਘੁੰਗਰੂ ਤੱਕ ਬੰਨ ਕੇ ਵੀ ਨੱਚਦਾ, ਇਹਨੂੰ ਵੀ ਭਗਤੀ ਕਿਹਾ ਜਾਂਦਾ। ਫਿਰ ਅੱਗੇ ਲਿਖਦੇ ਨੇ ਇਹ ਲੰਪਟ ਨਾਚ ਅਧਰਮੰ, ਇਹ ਲਾਲਚੀ ਲੰਪਟ ਭਟਕੇ ਹੋਏ ਮਨੁੱਖ, ਤੇਰਾ ਇਹ ਨੱਚਣਾ ਕੋਈ ਧਰਮ ਨਹੀਂ, ਇਹ ਅਧਰਮ ਦੀ ਨਿਸ਼ਾਨੀ ਹੈ।
ये तेरी मस्ती जिहड़ी है विखावे दी है। तेरा ये नचना जिहड़ा है महज केवल पाखंड है, केवल मन नूं खुश करन दी विधि है। यथा ਸਾਹਿਬ ने बाणी दे अंदर आपां आसा दी वार पढ़दे हां तो उहदे विच महाराज ने रास लीला करन वालियां दी, कृष्ण जी दे नां दे उत्ते रास लीला दा नाटक कीता जांदा है, उहनूं भगती किया जांदा है। राम लीला वाले भी वो जदों सारा सांग उतारदे ने, स्टेज ते कलाकारी करदे ने, ਤਾਂ ਲੋਕ ਉਹਨਾਂ ਦੇ ਪੈਰੀਂ ਹੱਥ ਵੀ ਲਾਉਂਦੇ ਨੇ ਵੀ ਰਾਮ ਜੀ ਦੇ ਰੂਪ 'ਚ ਹੈ, ਇਹ ਸੀਤਾ ਜੀ ਦੇ ਰੂਪ 'ਚ ਹੈ, ਹਨੂਮਾਨ ਦੇ ਰੂਪ 'ਚ ਹੈ। ਤਾਂ ਉਹ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਉਹ ਕੇਵਲ ਮਨੋਰੰਜਨ ਹੁੰਦਾ। ਉਸੇ ਲਈ ਉੱਥੇ ਜਾ ਕੇ ਮਹਾਰਾਜ ਨੇ ਬਾਣੀ ਵਿੱਚ ਕਿਹਾ ਨੱਚਣ ਕੁੱਦਣ ਮਨ ਕਾ ਚਾਓ। ਇਹ ਕੇਵਲ ਮਨ ਦੀ ਮੌਜ ਕਰ ਰਹੇ ਨੇ, ਭਗਤੀ ਬੰਦਗੀ ਦਾ ਇਹਦੇ ਵਿੱਚ ਕੋਈ ਅੰਸ਼ ਨਹੀਂ। ਅਸਲ ਭਗਤੀ ਕੀ ਹੈ? ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਅੰਦਰ ਅਦਬ ਹੈ ਉਹਨਾਂ ਅੰਦਰ ਹੀ ਪ੍ਰੇਮ ਹੈ। ਅਦਬ ਨਿਸ਼ਾਨੀ ਹੈ ਪ੍ਰੇਮ ਦੀ, ਪ੍ਰਗਟਾ ਦੀ। ਫਿਰ ਅੱਗੇ ਫਰਮਾਉਂਦੇ ਹਨ ਮ੍ਰਿਗ ਆਸਣ ਤੁਲਸੀ ਮਾਲਾ। ਮ੍ਰਿਗ ਹਿਰਨ ਨੂੰ ਕਹਿੰਦੇ ਨੇ, ਹਿਰਨ ਦੀ ਛਾਲ ਮ੍ਰਿਗ ਸ਼ਾਲਾ ਉਹਨੂੰ ਕਹਿੰਦੇ। ਮ੍ਰਿਗ ਛਾਲ ਵਿਛਾ ਕੇ ਉਹਦੇ ਉੱਤੇ ਆਸਣ ਲਾਉਂਦੇ, ਤੁਲਸੀ ਦੀ ਮਾਲਾ ਗਲ ਪਹਿਨਦੇ ਨੇ। ਕਰ ਉਜਲ ਤਿਲਕ ਕਪਾਲਾ। ਹੱਥਾਂ ਨੂੰ ਹਮੇਸ਼ਾ ਸਾਫ਼ ਰੱਖਦੇ ਨੇ, ਪਾਕ ਰੱਖਦੇ ਨੇ, ਪਵਿੱਤਰ ਰੱਖਣ ਦੀ, ਸੁੱਚੇ ਰੱਖਣ ਦੀ ਵਿਧੀ ਕਰਦੇ ਨੇ। ਅਤੇ ਤਿਲਕ ਕਪਾਲਾ, ਤਿਲਕ ਮੱਥੇ ਦੇ ਉੱਤੇ ਲਾਉਂਦੇ ਨੇ, ਕਪਾਲ ਦੇ ਉੱਤੇ, ਮੱਥੇ ਦੇ ਉੱਤੇ ਖਾਸ ਵਿਧੀ ਦਾ ਤਿਲਕ ਲਾਉਂਦੇ ਨੇ। ਹਿਰਦੈ ਕੂੜ ਕੰਠ ਰੁਦਰਾਕੰ। ਹਿਰਦੇ ਵਿੱਚ ਕੂੜ ਹੈ ਉਹਦਾ ਖਿਆਲ ਨਹੀਂ, ਪਰ ਬਾਕੀ ਪ੍ਰੋਪਰ ਪਹਿਰਾਵੇ ਦਾ ਪੂਰਾ ਖਿਆਲ ਹੈ। ਗਲ ਦੇ ਵਿੱਚ, ਕੰਠ ਦੇ ਵਿੱਚ ਰੁਦਰਾਕ ਦੀ ਮਾਲਾ ਪਹਿਨਦਾ। ਰੁਦਰ ਦੀ ਅੱਖ ਵਰਗਾ ਫਲ ਲੱਗੇ ਜਿਸ ਰੁੱਖ ਨੂੰ, ਉਸ ਛਾਲ ਦਾ ਉਹ ਜਿਹੜੇ ਛੋਟੇ ਛੋਟੇ ਫਲ ਹੁੰਦੇ ਨੇ ਉਹਨਾਂ ਨੂੰ ਪਰੋ ਕੇ ਬਣਾਈ ਹੋਈ ਮਾਲਾ ਨੂੰ ਰੁਦਰਾਕ ਕਿਹਾ ਜਾਂਦਾ। ਰੁਦਰ ਦੀ ਅੱਖ ਵਰਗੀ। ਫਿਰ ਆਖਦੇ ਨੇ ਰੇ ਲੰਪਟ ਕ੍ਰਿਸ਼ਨ ਅਪਾਖੰ। ਭਗਤ ਜੀ ਸਮਝਾਉਂਦੇ ਨੇ ਹੇ ਭਟਕੇ ਹੋਏ ਲਾਲਚੀ, ਹੇ ਅੰਦਰੋਂ ਖੁੰਝੇ ਹੋਏ ਮਨੁੱਖ, ਕਦੇ ਪਰਮੇਸ਼ਰ ਦਾ ਨਾਮ ਹੀ ਲਿਆ ਕਰ, ਰੱਬ ਨੂੰ ਵੀ ਸੁਰਤ ਵਿੱਚ ਵਸਾਇਆ ਕਰ, ਉਹਦਾ ਭੈ ਰੱਖਿਆ ਕਰ। ਅੱਗੇ ਫਰਮਾਉਂਦੇ ਨੇ ਜਿਨ ਆਤਮ ਤਤ ਨਾ ਚੀਨਿਆ। ਇਹ ਜਿਹੜਾ ਪਾਵਨ ਸ਼ਬਦ ਹੈ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਆਸਾ ਦੀ ਵਾਰ ਵਿੱਚ ਵੀ, ਅਤੇ ਜਿੱਥੇ ਸਤਿਗੁਰੂ ਦੇ ਸਹਿਸਕ੍ਰਿਤੀ ਸ਼ਲੋਕ ਆਰੰਭ ਹੁੰਦੇ ਨੇ 1353 ਅੰਕ ਦੇ ਉੱਤੋਂ, ਉੱਥੇ ਵੀ ਜਿਹੜਾ ਪਹਿਲਾ ਸ਼ਲੋਕ ਆ ਉਸ ਵਿੱਚ ਵੀ ਮਹਾਰਾਜ ਨੇ ਕੁਝ ਐਸਾ ਹੀ ਜ਼ਿਕਰ ਕੀਤਾ ਹੈ। ਪੜ੍ਹ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਦਨ, ਮੁਖ ਝੂਠ ਵਿਭੂਖਨ ਸਾਰਨ। ਇਹਦਾ ਮਤਲਬ ਹੈ ਵੀ ਮਨੁੱਖ ਕਈ ਵਾਰ ਝੂਠ ਵੀ ਇੰਨਾ ਸ਼ਿੰਗਾਰ ਕੇ ਬੋਲਦਾ ਵੀ ਜਿਵੇਂ ਆਪਾਂ ਮੁਲੰਮੇ ਦੇ ਗਹਿਣੇ ਨਹੀਂ ਹੁੰਦੇ, ਆਰਟੀਫਿਸ਼ਲ ਜਿਊਲਰੀ ਜਿਹੜੀ ਆਪਾਂ ਲੈਂਦੇ ਹਾਂ, ਤਾਂ ਉਹ ਜਿਹੜੀ ਆਰਟੀਫਿਸ਼ਲ ਜਿਊਲਰੀ ਹੈ ਉਹ ਵੇਖਣ ਤੋਂ ਤੁਹਾਨੂੰ ਕਦੇ ਨਕਲੀ ਤਾਂ ਨਹੀਂ ਨਾ ਲੱਗਦੀ। ਇਸ ਲਈ ਬਹੁਤੇ ਲੋਕ ਕਾਰ ਵਿਹਾਰਾਂ ਦੇ ਉੱਤੇ ਉਹ ਆਰਟੀਫਿਸ਼ਲ ਜਿਊਲਰੀ ਲੈ ਕੇ ਹੀ ਆਪਣਾ ਡੰਗ ਸਾਰ ਲੈਂਦੇ, ਕਿਉਂਕਿ ਵਿਖਾਉਣਾ ਹੀ ਹੁੰਦਾ। ਉੱਥੇ ਕਿਹੜੇ ਸਾਰੇ ਕਿਤੇ ਕਸਵੱਟੀਆਂ ਲੈ ਕੇ ਬੈਠੇ ਨੇ, ਵਿਆਹ ਦੇ ਵਿੱਚ, ਸ਼ਾਦੀ 'ਚ, ਪਾਰਟੀ 'ਚ ਵੀ ਹਰ ਬੰਦਾ ਪਰਖੇ ਵੀ ਇਹ ਅਸਲੀ ਹੈ ਕਿ ਨਕਲੀ ਹੈ। ਗੱਲ ਤਾਂ ਕੇਵਲ ਦੂਸਰੇ ਦੀ ਅੱਖ ਨੂੰ ਵਿਖਾਉਣ ਦੀ ਵੀ ਮੇਰੇ ਕੋਲ ਆ, ਮੈਂ ਸੋਹਣਾ ਲੱਗ ਰਿਹਾ ਅਤੇ ਤੈਨੂੰ ਦਿਸ ਰਿਹਾ, ਬਸ ਖੇਡ ਤੇ ਨਹੀਂ ਹੈ। ਉਹ ਜਿਵੇਂ ਆਰਟੀਫਿਸ਼ਲ ਗਹਿਣੇ ਹੁੰਦੇ ਨੇ ਵਿਖਾਵੇ ਲਈ, ਅਸਲੀ ਧਾਤ ਨਹੀਂ ਹੁੰਦੀ ਉਹ, ਪਰ ਲੱਗਤ ਕਈ ਵਾਰ ਉਹਨਾਂ ਦੀ ਚਮਕ ਅਸਲੀ ਨਾਲੋਂ ਵੀ ਜ਼ਿਆਦਾ ਹੁੰਦੀ। ਮਹਾਰਾਜ ਕਹਿੰਦੇ ਨੇ ਮੁੱਖ ਝੂਠ ਵਿਭੂਖਣ ਸਰਨ। ਗਹਿਣਿਆਂ ਵਾਂਗ ਸ਼ਿੰਗਾਰ ਦਿੰਦੇ ਨੇ ਕਈ ਲੋਕ ਝੂਠ ਨੂੰ, ਆਪਣੇ ਅੰਦਰ ਦੇ ਪਾਪ ਨੂੰ ਵੀ ਉਹ ਸ਼ਿੰਗਾਰ ਕੇ ਪੇਸ਼ ਕਰ ਲੈਂਦੇ, ਕਿਉਂਕਿ ਉਹਨਾਂ ਕੋਲੇ ਕਲਾ ਹੁੰਦੀ ਹੈ ਚਲਾਕੀ ਦੀ। ਦੋਏ ਧੋਤੀ ਗਲ ਮਾਲਾ ਤਿਲਕ ਲਿਲਾਟਨ, ਦੋਏ ਧੋਤੀ ਬਸਤਰ ਕਪਾਟਨ। ਸਾਰਾ ਉਸੇ ਕਰਮ ਦਾ ਜ਼ਿਕਰ ਕੀਤਾ। ਤੇ ਫਿਰ ਅੱਗੇ ਸਤਿਗੁਰੂ ਨੇ ਨਿਰਣਾ ਕਰਦਿਆਂ ਕਿਹਾ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਚੋ। ਜਿਹੜਾ ਅਸਲ ਬ੍ਰਹਮ ਰੱਬੀ ਦ੍ਰਿਸ਼ਟੀ ਦੇ ਵਿੱਚ ਆਪਣੀ ਇੱਜ਼ਤ ਬਣਾਉਂਦਾ ਹੈ, ਜਿਹੜਾ ਪਰਮੇਸ਼ਰ ਦੇ ਭੈ ਵਿੱਚ ਜੀਂਦਾ ਹੈ, ਭਉ ਪ੍ਰੇਮ ਵਿੱਚ ਜੀਂਦਾ ਹੈ, ਉਸ ਮਨੁੱਖ ਨੂੰ ਸਮਝ ਪੈ ਜਾਂਦੀ ਵੀ ਇਹ ਵਿਖਾਵੇ ਸਾਰੇ ਐਵੇਂ ਹੀ ਨੇ, ਇਹਨਾਂ 'ਚ ਕੁਝ ਨਹੀਂ ਰੱਖਿਆ, ਅਸਲ ਮਾਰਗ ਕੁਝ ਹੋਰ ਹੈ। ਤੋ ਇੱਥੇ ਵੀ ਅਸਲ ਮਾਰਗ ਦੀ ਸੋਝੀ ਦਿੱਤੀ ਹੈ। ਆਖਿਆ ਜਿਨ ਆਤਮ ਤਤ ਨਾ ਚੀਨਿਆ। ਆਤਮ ਦਾ ਮਤਲਬ ਹੈ ਜੀਵਤ, ਤਤ ਦਾ ਮਤਲਬ ਹੈ ਮੇਨ ਵਸਤੂ, ਮੁੱਖ ਚੀਜ਼।
ਜਿਸ ਨੇ ਸਰਵ ਵਿਆਪੀ ਮੁੱਖ ਵਸਤੂ ਦੀ ਪਛਾਣ ਆਪਣੇ ਜੀਵਨ, ਆਪਣੇ ਹਿਰਦੇ, ਸੁਰਤ ਤੇ ਕੁੱਲ ਕਾਇਨਾਤ ਵਿੱਚ ਵਸਦੀ ਹੋਈ ਆ, ਉਸ ਆਤਮ ਤੱਤ ਦੀ ਪਛਾਣ ਨਹੀਂ ਕੀਤੀ। ਭਾਵ ਇੱਕ ਸਰਵ ਵਿਆਪੀ ਸੱਤਾ ਦਾ ਅਹਿਸਾਸ ਨਹੀਂ ਕੀਤਾ, ਚੀਨਿਆ, ਉਹਨੂੰ ਪਛਾਣਿਆ ਨਹੀਂ। ਫਿਰ ਜੇ ਐਸਾ ਕੰਮ ਨਹੀਂ ਕੀਤਾ ਤੇ ਸਭ ਫੋਕਟ ਧਰਮ ਅਬੀਨਿਆ। ਅਬੀਨਿਆ ਦਾ ਮਤਲਬ ਹੁੰਦਾ ਹੈ, ਬੀਨੇ ਆਪਾਂ ਕਹਿੰਦੇ ਅੱਖਾਂ ਨੂੰ, ਤੇ ਅਬੀਨਾ ਮਤਲਬ ਹੁੰਦਾ ਹੈ ਅੰਨਾ, ਜਿਹਦੇ ਬੀਨੇ ਦੀਦੇ ਕੰਮ ਨਾ ਕਰਦੇ ਹੋਣ, ਜਿਹਨੂੰ ਦੀਦਾ ਕੱਖ ਨਾ ਹੋਵੇ। ਤੇ ਇਹ ਸ਼ਬਦ ਗੁਰਬਾਣੀ ਵਿੱਚ ਅਗਿਆਨੀ ਵਾਸਤੇ ਵਰਤਿਆ, ਜਿਹਦੀ ਸੁਰਤੀ ਦੀ ਅੱਖ ਬੰਦ ਹੈ ਤੇ ਜਿਹਨੂੰ ਦਿਖਾਈ ਕੁਝ ਨਹੀਂ ਦਿੰਦਾ। ਭਾਵ ਜਿਹਨੂੰ ਸੱਚ ਦੀ ਸਮਝ ਨਹੀਂ ਪੈਂਦੀ, ਸੱਚ ਦੀ ਸੋਝੀ ਕੋਈ ਨਹੀਂ। ਆਖਦੇ ਨੇ ਜਿਸ ਨੇ ਆਤਮ ਤੱਤ ਨੂੰ ਪਛਾਣਿਆ ਨਹੀਂ, ਹੇ ਅੰਨੇ ਅਗਿਆਨਤਾ ਗ੍ਰਸੇ ਮਨੁੱਖ, ਤੇਰੇ ਫਿਰ ਸਾਰੇ ਇਹ ਧਰਮ ਕਰਮ ਫੋਕਟ ਵਿਅਰਥ ਨੇ, ਵਿਖਾਵੇ ਤੋਂ ਵੱਧ ਇਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ। ਫਿਰ ਅੱਗੇ ਫਰਮਾਉਂਦੇ ਨੇ, ਕਹੋ ਬੇਣੀ ਗੁਰਮੁਖ ਧਿਆਵੈ। ਹੇ ਬੇਣੀ ਆਖ, ਜਿਹੜਾ ਗੁਰੂ ਦੇ ਰਾਹੀਂ ਉਸ ਪਰਮੇਸ਼ਰ ਨੂੰ ਧਿਆਉਂਦਾ ਹੈ, ਸਤਿਗੁਰੂ ਦੇ ਸੱਚੇ ਗਿਆਨ ਅਨੁਭਵ ਦੀ ਜਿਹੜਾ ਕਮਾਈ ਕਰਦਾ, ਸਤਿਗੁਰੂ ਦੀ ਮੱਤ ਨੂੰ ਆਪਣੇ ਜੀਵਨ ਵਿੱਚ ਥਾਂ ਦੇ ਕੇ ਗੁਰੂ ਦੀ ਮੱਤ ਮੁਤਾਬਕ ਆਪਣੇ ਜੀਵਨ ਨੂੰ ਘੜਦਾ ਤੇ ਸੁਖਾਰਦਾ ਹੈ, ਉਹਨੂੰ ਸਮਝ ਪੈ ਜਾਂਦੀ ਹੈ ਬਿਨ ਸਤਿਗੁਰ ਬਾਟ ਨਾ ਪਾਵੇ। ਵੀ ਸਤਿਗੁਰੂ ਤੋਂ ਬਿਨਾ, ਸੱਚੇ ਗਿਆਨ ਤੋਂ ਬਿਨਾ, ਗੁਰੂ ਦੇ ਸੱਚੇ ਅਨੁਭਵ ਤੋਂ ਬਿਨਾ, ਗੁਰੂ ਦੀ ਬਖਸ਼ੀ ਮੱਤ ਤੋਂ ਬਿਨਾ ਜੀਵਨ ਦਾ ਸਹੀ ਰਸਤਾ ਸਮਝ ਵਿੱਚ ਨਹੀਂ ਆਉਂਦਾ। ਧਰਮ ਦੀ ਅਸਲ ਰੂਹ ਤੱਕ, ਧਰਮ ਦੀ ਅਸਲ ਆਤਮਾ ਤੱਕ, ਧਰਮ ਦੇ ਅਸਲ ਰੂਪ ਤੱਕ ਨਹੀਂ ਪਹੁੰਚਿਆ ਜਾਂਦਾ ਸਤਿਗੁਰੂ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾ। ਨਹੀਂ ਤਾਂ ਮਨੁੱਖ ਬਹੁਤੀ ਵਾਰ ਬਾਹਰੀ ਅਡੰਬਰਾਂ, ਵਿਖਾਵਿਆਂ, ਜਿਹੜੇ ਕਰਮ ਕਾਂਡ ਨੇ, ਕੇਵਲ ਰਸਮਾਂ ਰੀਤਾਂ ਨੇ, ਇਹਨਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਸੁਰਤ ਕਰਕੇ, ਮਨ ਕਰਕੇ, ਵਿਹਾਰ ਕਰਕੇ ਸਦਾ ਭਟਕਿਆ ਰਹਿੰਦਾ। ਗਰੀਬ ਨਵਾਜ ਮਿਹਰ ਕਰਨ, ਇਸ ਪਾਵਨ ਸ਼ਬਦ ਵਿੱਚ ਭਗਤ ਬੇਣੀ ਜੀ ਨੇ ਗੁਰੂ ਦੀ ਮੱਤ ਦੀ ਕਮਾਈ ਕਰਨ, ਨੇਕ ਅਮਲ ਕਮਾਉਣ, ਸੁਰਤ ਨੂੰ ਵਿਸ਼ੇ ਵਿਕਾਰਾਂ ਤੋਂ ਉੱਪਰ ਉਠਾਉਣ, ਅੰਦਰ ਦੇ ਪਾਪ, ਅੰਦਰ ਦੀ ਮੈਲ ਨੂੰ ਤਿਆਗਣ ਤੇ ਕਰਮ ਕਾਂਡਾਂ ਤੋਂ ਮੁਕਤ ਹੋਣ ਦੀ ਪ੍ਰੇਰਣਾ ਕੀਤੀ ਹੈ। ਸਤਿਗੁਰੂ ਦਾ ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।